ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਵਖਾਣੈ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ। ਆਦਿ ਜੁਗਾਦੀ ਸਗਲ ਭਗਤ, ਤਾਂ ਕੋ ਸੁਖ ਬਿਸਰਾਮ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੁਕਾਓ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਸੱਚਾ ਸਿਰਜਣਹਾਰ, ਅਲਖ ਸਰੰਦਿਆ ਜੀਓ। ਏਕ ਸਾਹਿਬ ਦੋਇ ਰਹਾ, ਵਾਦ ਵਦੰਦਿਆ ਜੀਓ। ਦੋਇ ਰਹਾ ਚਲਾਏ, ਹੁਕਮ ਸੁਭਾਏ। ਜਨਮ ਮੁਆ ਸੰਸਾਰਾ, ਨਾਮ ਬਿਨਾ ਨਾਹੀ ਕੋ ਬੇਲੀ। ਬਿਖ ਲਾਦੀ ਸਿਰ ਭਾਰਾ, ਹੁਕਮੀ ਆਇਆ ਹੁਕਮ ਨਾ ਬੂਝੈ। ਹੁਕਮ ਸਵਾਰਣ ਹਾਰਾ, ਨਾਨਕ ਸਾਹਿਬ ਸ਼ਬਦ ਸੰਜਾਪੈ। ਸਾਚਾ ਸਿਰਜਣ ਹਾਰਾ, ਤੂੰ ਸੱਚਾ ਸਿਰਜਣਹਾਰ, ਅਲਖ ਸਰੰਦਿਆ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਆਸਾ ਦੀ ਪਵਿੱਤਰ ਬਾਣੀ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਮਿਲੇ ਹੋਏ ਇਸ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲਾ ਬਣਾਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ,
ਸੋ ਤਰਿਆ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਵਿੱਤਰ ਬਚਨ ਲਿਖੇ। ਇਹ ਸਤ ਸੰਗਤ ਰੂਪੀ ਜਹਾਜ਼ ਗੁਰਮੁਖੋ ਇਹੋ ਜਿਹਾ ਜਿਹੜਾ ਇਹਦੇ ਵਿੱਚ ਮਿਲ ਜਾਂਦਾ ਉਹ ਸੰਸਾਰ ਤੋਂ ਪਾਰ ਹੋ ਜਾਂਦਾ, ਤਰ ਜਾਂਦਾ ਹੈ। ਐਸੇ ਸਤ ਸੰਗਤ ਦੇ ਜਹਾਜ਼ ਦੇ ਵਿੱਚ ਆਪ ਸੰਗਤਾਂ ਪ੍ਰਾਪਤ ਹੋਏ ਹੋ, ਇਕੱਤਰਤ ਹੋਏ ਹੋ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਜੋ ਆਪਾਂ ਨੂੰ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਇਹਦੀਆਂ 2 ਪੌੜੀਆਂ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤੀਆਂ। ਸੋ ਬਾਕੀ ਜੋ ਰਹਿੰਦਾ ਸ਼ਬਦ ਹੈ ਉਸ ਦੀ ਵਿਚਾਰ ਆਪਾਂ ਅੱਜ ਸਰਵਣ ਕਰਨ ਜਾ ਰਹੇ ਹਾਂ। ਇਹ ਸ਼ਬਦ ਸਤਿਗੁਰੂ ਜੀਆਂ ਦੇ ਵੱਡੇ ਨੇ, ਪੂਰੇ ਅੰਗ ਦੇ ਇਹ ਸ਼ਬਦ ਨੇ। ਸਮਾਂ ਆਪਣੇ ਕੋਲ ਸੀਮਤ ਹੁੰਦਾ ਹੈ ਕਥਾ ਵਿਚਾਰ ਦਾ, ਇਸ ਕਰਕੇ ਖੁੱਲ੍ਹ ਕੇ ਇਹਨਾਂ ਸ਼ਬਦਾਂ ਦੀ ਪੂਰੇ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਸਰਵਣ ਨਹੀਂ ਕਰ ਪਾ ਰਹੇ। ਇਸ ਕਰਕੇ 2 ਪੌੜੀਆਂ ਕਰਕੇ ਇਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ, ਤਾਂ ਕਿ ਸਾਨੂੰ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਦੀ ਸਮਝ ਪੈ ਜਾਵੇ, ਸੂਝੀ ਪੈ ਜਾਵੇ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ। 2 ਪੌੜੀਆਂ ਪਹਿਲਾਂ ਸਰਵਣ ਕੀਤੀਆਂ, ਅੱਜ ਤੀਜੀ ਪੌੜੀ ਮਹਾਰਾਜ ਬਖਸ਼ਦੇ ਹਨ। ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜਿਓ। ਸਤਿਗੁਰੂ ਬਖਸ਼ਿਸ਼ ਕਰਦੇ ਐ ਸਿਰਜਣਹਾਰ ਪਰਮਾਤਮਾ। ਗੁਰਮੁਖੋ ਸਿਰਜਣਹਾਰ ਉਹਨੂੰ ਕਿਹਾ ਜਾਂਦਾ ਜਿਹੜਾ ਦੁਨੀਆ ਸਿਰਜਦਾ ਪਿਆ, ਦੁਨੀਆ ਬਣਾਉਂਦਾ ਪਿਆ। ਦੁਨੀਆ ਬਣਾਉਣ ਵਾਲੇ ਨੂੰ ਆਖਿਆ ਸਿਰਜਣਹਾਰ, ਬਣਾਉਣ ਵਾਲਾ। ਐ ਸਿਰਜਣਹਾਰ ਪਰਮਾਤਮਾ ਤੂੰ ਸੱਚਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਇਹੋ ਜਿਹਾ ਸੱਚਾ ਹੈ ਜਦੋਂ ਅਸੀਂ ਦੁਨੀਆ 'ਤੇ ਨਹੀਂ ਸੀ ਆਏ, ਜਾਂ ਜਦੋਂ ਇਹ ਦੁਨੀਆ ਬਣੀ ਹੀ ਨਹੀਂ ਸੀ, ਤੂੰ ਉਦੋਂ ਵੀ ਜੋਤ ਰੂਪ ਹੋ ਕੇ ਸਾਰਿਆਂ ਵਿੱਚ ਬੈਠਾ ਹੋਇਆ। ਹੁਣ ਤੂੰ ਦੁਨੀਆ ਦੇ ਵਿੱਚ ਕਣ ਦੇ ਵਿੱਚ ਹੈ। ਜਦੋਂ ਇਹ ਦੁਨੀਆ ਫਿਰ ਨਹੀਂ ਨਾ ਰਹੇਗੀ, ਕੋਈ ਸਮਾਂ ਹੋਵੇਗਾ ਇਹੋ ਜਿਹਾ, ਉਦੋਂ ਵੀ ਤੂੰ ਹੀ ਹੋਵੇਗਾ। 3 ਕਾਲਾਂ ਵਿੱਚ ਤੂੰ ਹੀ ਸੱਚਾ ਹੈ, ਸਦਾ ਰਹਿਣ ਵਾਲਾ। ਤੇਰੇ ਬਿਨਾਂ ਕੋਈ ਰਹਿਣ ਵਾਲਾ ਨਹੀਂ ਹੈ। ਦੁਨੀਆ ਦੇ ਲੋਕ ਉਮਰਾਂ ਲੈ ਕੇ ਆਏ ਨੇ, ਸਮਾਂ ਲੈ ਕੇ ਆਏ ਨੇ, ਸਮੇਂ ਮੁਤਾਬਕ ਚਲੇ ਜਾਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਡ ਬਨਾਸੀ, ਜੇਰ ਬਨਾਸੀ, ਉਤਪੁਜ ਸੇਤ ਬਨਾਦਾ, ਗਿਰ ਬਸਦਾ ਜਲ ਪਵਨ ਜਾਏਗੋ। ਇਹ ਸਾਰੇ ਬਚਨ ਮਹਾਰਾਜ ਨੇ ਜਾਣਦੇ ਲਿਖੇ ਨੇ। ਅੰਡਜ ਖਾਣੀ, ਜੇਰਜ ਖਾਣੀ, ਸੇਤਜ ਖਾਣੀ। ਇੱਥੋਂ ਤੱਕ ਕਿ ਵੱਡੇ ਪਹਾੜ, ਇੱਥੋਂ ਤੱਕ ਕਿ ਜਿਹੜੇ ਪਹਾੜ ਧਰਤੀ 'ਤੇ ਬਣੇ ਨੇ ਉਹ ਧਰਤੀ ਵੀ ਇੱਕ ਸਮਾਂ ਆਵੇਗਾ ਜਦੋਂ ਲੈ ਹੋ ਜਾਏਗੀ, ਸਮਾਪਤ ਹੋ ਜਾਏਗੀ। ਪਰ ਇਹ ਸਾਰਾ ਕੁਝ ਹੀ ਭਾਵੇਂ ਗੁਰਮੁਖੋ ਹੋ ਜਾਵੇ, ਪਰਮਾਤਮਾ ਤੂੰ ਉਸ ਵੇਲੇ ਵੀ ਸੱਚ ਸਰੂਪ ਹੈ। ਤੂੰ ਉਸ ਵੇਲੇ ਵੀ ਦੁਨੀਆ ਵਿੱਚ, ਉਸ ਵੇਲੇ ਵੀ ਤੂੰ ਅਫੁਰ ਸਮਾਧੀ ਵਿੱਚ ਟਿਕਿਆ ਹੋਵੇਂਗਾ। ਤੂੰ ਸੱਚਾ ਸਿਰਜਣਹਾਰ। ਐ ਸਿਰਜਣਹਾਰ ਪਰਮਾਤਮਾ ਤੂੰ ਹਰ ਵੇਲੇ ਸੱਚਾ ਹੈ, ਹਰ ਵੇਲੇ ਰਹਿਣ ਵਾਲਾ। ਤੇ ਅੱਗੇ ਬਚਨ ਮਹਾਰਾਜ ਕਰਦੇ ਅਲਖ ਸਰੰਦਿਆਂ ਜੀਓ। ਤੂੰ ਅਲਖ ਲਖਣੇ ਤੋਂ ਰਹਿਤ ਹੈ। ਤੈਨੂੰ ਕੋਈ ਮੁਕੰਮਲ ਤੌਰ 'ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਰੱਬ ਦਾ ਅੰਤ ਪਾ ਲਿਆ। ਦੁਨੀਆ ਵਿੱਚ PhD ਕੀਤੀ ਜਾਂਦੀ ਹੈ ਨਾ, ਡਿਗਰੀ ਕੀਤੀ ਜਾਂਦੀ ਹੈ, ਮੈਂ ਇਸ ਚੀਜ਼ ਦੀ ਪੂਰੀ ਜਾਣਕਾਰੀ ਲੈ ਲਈ। ਪਰਮਾਤਮਾ 'ਤੇ ਕੋਈ PhD ਨਹੀਂ ਕਰ ਸਕਦਾ, ਕਿਉਂਕਿ ਉਹਦਾ ਕਿਸੇ ਤਰ੍ਹਾਂ ਵੀ ਕੋਈ ਅੰਤ ਹੈ ਹੀ ਨਹੀਂ ਹੈ। ਉਹ ਬੇਅੰਤ ਹੈ,
ਅਲੱਖ ਹੈ, ਕਿਸੇ ਤਰ੍ਹਾਂ ਵੀ ਉਹਦੇ ਪਾਰਾਵਾਰ ਦਾ ਅੰਤ ਨਹੀਂ ਹੈ। ਨਾ ਵੇਖਣ ਕਰਕੇ, ਨਾ ਸੁਣਨ ਕਰਕੇ, ਨਾ ਬੋਲਣ ਕਰਕੇ, ਨਾ ਪੜ੍ਹਨ ਕਰਕੇ, ਨਾ ਜਪਣ ਕਰਕੇ, ਨਾ ਉਮਰਾ ਕਰਕੇ, ਨਾ ਉਹਦੇ ਦੇਣ ਕਰਕੇ ਅੰਤ ਨਹੀਂ ਹੈ। ਕਿੰਨਾ ਉਹ ਦਈ ਜਾ ਰਿਹਾ, ਉਸ ਨੂੰ ਤਾਂ ਆਖਿਆ ਜਾਂਦਾ ਅਲੱਖ। ਤੇ ਗੁਰਮੁਖੋ ਇੱਥੇ ਹੀ ਬਸ ਨਹੀਂ, ਸਰੰਦਿਆਂ ਜੀਓ, ਅਲੱਖ ਸਰੰਦਿਆਂ ਜੀਓ। ਜਿਹੜੇ ਵੱਡੇ ਵੱਡੇ ਦੇਵਤੇ ਨੇ ਨਾ, ਦੁਨੀਆ ਆਖਦੀ ਵੀ ਇਹਨਾਂ ਦੇਵਤਿਆਂ ਨੇ ਦੁਨੀਆ ਬਣਾਈ ਹੈ, ਅਸਲ ਵਿੱਚ ਉਹਨਾਂ ਦੇਵਤਿਆਂ ਨੂੰ ਵੀ ਬਣਾਉਣ ਵਾਲਾ ਤੂੰ ਹੀ ਹੈ। ਬਰਮਾ ਵਰਗੇ ਤੂੰ ਬਣਾਏ, ਵਿਸ਼ਨੂੰ ਵਰਗੇ ਤੁਸੀਂ ਬਣਾ ਦਿੱਤੇ, ਸ਼ਿਵ ਵਰਗੇ ਤੁਸੀਂ ਬਣਾ ਦਿੱਤੇ ਨੇ, ਮੁਹੰਮਦ ਵਰਗੇ ਤੁਸੀਂ ਬਣਾਏ ਨੇ, ਈਸਾ ਵਰਗੇ ਤੁਸੀਂ ਬਣਾਏ। ਜਿਹੜੇ ਪੈਗੰਬਰ ਹੋਏ ਨੇ ਵੱਖ ਵੱਖ ਧਰਮਾਂ ਦੇ, ਇਹ ਸਿਰਜਣ ਵਾਲਿਆ ਉਹ ਵੀ ਤੂੰ ਹੀ ਬਣਾਏ ਨੇ, ਤੇਰੇ ਤੋਂ ਬਾਹਰ ਹੀ ਕੋਈ ਨਹੀਂ ਹੋਵੇ। ਧੰਨ ਦਸਵੇਂ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਤੈਥੋਂ ਹੀ ਬਲ ਰਾਮ ਲੈ। ਰਾਮਚੰਦਰ ਨਾਮ ਦੇ ਇੱਕ ਅਵਤਾਰ ਹੋਏ ਪਹਿਲੇ ਸਮੇਂ ਦੇ ਵਿੱਚ, ਤੇ ਉਹਨਾਂ ਨੇ ਰਾਵਣ ਨੂੰ ਮਾਰਿਆ। ਦੁਨੀਆ ਦੇ ਲੋਕ ਆਖਦੇ ਰਾਮ ਰੱਬ ਹੈ, ਰਾਮ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਨਹੀਂ, ਰਾਮ ਨੂੰ ਵੀ ਤਾਕਤ ਦੇਣ ਵਾਸਤੇ, ਸ਼ਕਤੀ ਦੇਣ ਵਾਸਤੇ, ਪਾਵਰ ਦੇਣ ਵਾਸਤੇ ਪਿੱਛੇ ਕੋਈ ਤਾਕਤ ਬੈਠੀ ਹੋਈ ਹੈ। ਤੈਥੋਂ ਹੀ ਇਹ ਪਰਮਾਤਮਾ ਤੇਰੇ ਕੋਲੋਂ ਹੀ ਬਲ ਰਾਮ ਲੈ। ਰਾਮਚੰਦਰ ਭਗਵਾਨ ਨੇ ਤਾਕਤ ਲੈ ਕੇ ਨਾਲ ਬਾਣਾ ਦਹਿ ਸਿਰ ਘਾਇਆ। 10 ਸਿਰਾਂ ਵਾਲੇ ਰਾਵਣ ਨੂੰ ਤਾਂ ਹੀ ਮਾਰ ਸਕਿਆ ਜੇ ਤੂੰ ਤਾਕਤ ਦਿੱਤੀ ਹੈ, ਕਿਉਂਕਿ ਤੂੰ ਬਣਾਇਆ ਹੈ। ਰਾਮ ਵੀ ਤੂੰ ਪੈਦਾ ਕੀਤਾ, ਰਾਵਣ ਵੀ ਤੂੰ ਪੈਦਾ ਕੀਤਾ। ਤੇ ਅੱਗੇ ਮਹਾਰਾਜ ਬਚਨ ਕਰਦੇ ਕਹਿਣ ਲੱਗੇ ਤੈਥੋਂ ਹੀ ਬਲ ਕ੍ਰਿਸ਼ਨ ਲੈ। ਦੁਨੀਆ ਦੇ ਲੋਕ ਆਖਦੇ ਰਾਮਚੰਦਰ ਭੋਲੇ ਸੁਭਾਅ ਦੇ ਸਨ। ਜਿਹੜਾ ਕੋਈ ਬਹੁਤਾ ਭਗਤ ਹੋਵੇ ਉਸ ਨੂੰ ਆਖਿਆ ਜਾਂਦਾ ਹੈ ਤੇ ਰਾਮ ਵਰਗਾ ਹੈ, ਵੀ ਭਗਤ ਹੈ। ਪਰ ਭਗਵਾਨ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਬੜੇ ਜੰਗ ਕੀਤੇ, ਬੜੀ ਫੁਰਤੀ ਹੈ, ਬੜੀ ਚਲਾਕੀ ਹੈ ਉਹਨਾਂ ਦੇ ਵਿੱਚ। ਹਰੇਕ ਸਮੇਂ ਕੋਈ ਨਾ ਕੋਈ ਛਲ ਕਰ ਜਾਂਦੇ ਕਿਸੇ ਨਾ ਕਿਸੇ ਦੇ ਨਾਲ। ਪਰ ਮਹਾਰਾਜ ਕਹਿਣ ਲੱਗੇ ਇੰਨੀ ਵੱਡੀ ਤਾਕਤ ਰੱਖਣ ਵਾਲਾ ਵੀ ਅਵਤਾਰ ਪਰਮਾਤਮਾ ਤੇਰੇ ਕੋਲੋਂ ਹੀ ਤਾਕਤ ਉਹ ਲੈਂਦਾ ਪਿਆ। ਤੈਥੋਂ ਹੀ ਬਾਲ ਕ੍ਰਿਸ਼ਨ ਲੈ। ਲੋਕ ਆਖਦੇ 10ਵੇਂ ਪਾਤਸ਼ਾਹ ਨੇ ਤੇ ਦੇਵੀ ਦੇਵਤਿਆਂ ਦੀ ਕਥਾ ਲਿਖੀ ਹੈ, ਦੇਵੀ ਦੇਵਤਿਆਂ ਦੀ ਪੂਜਾ ਲਿਖੀ ਹੈ, ਦੇਵੀ ਦੇਵਤਿਆਂ ਨੂੰ ਮੰਨਣ ਦੀ ਗੱਲ ਕੀਤੀ ਹੈ। ਅਸੀਂ 10ਵੇਂ ਗੁਰੂ ਦੀ ਬਾਣੀ ਕਿਉਂ ਪੜ੍ਹੀਏ? ਬਹੁਤੇ ਤਰਕ ਦੇ ਦਿੰਦੇ। ਮਹਾਰਾਜ ਤੇ ਇੱਥੇ ਦੇਵਤਿਆਂ ਨੂੰ ਮੰਨਣ ਦੀ ਗੱਲ ਕਰਦੇ। ਪਰ ਗੁਰਮੁਖੋ ਜਿਨ੍ਹਾਂ ਨੇ ਬਾਣੀ ਪੜ੍ਹਨੀ ਨਹੀਂ ਨਾ ਆਉਂਦੀ, ਉਹਨਾਂ ਨੂੰ ਬਹਾਨਾ ਚਾਹੀਦਾ। ਜਿਹਨੂੰ ਨੱਚਣਾ ਨਹੀਂ ਨਾ ਆਉਂਦਾ ਉਹਨੇ ਕਹਿਣਾ ਵੀ ਇਹ ਵਿਹੜਾ ਹੀ ਟੇਢਾ, ਨੱਚਣਾ ਤੇ ਮੈਨੂੰ ਬੜਾ ਆਉਂਦਾ। ਪਹਿਲਾਂ ਢਾਹ ਕੇ ਵਿਹੜਾ ਪੱਧਰ ਕਰੋ, ਫਿਰ ਮੈਂ ਨੱਚ ਕੇ ਵਿਖਾਵਾਂਗਾ। ਕਾਰਨ ਇਹ ਹੈ ਵੀ ਮੈਨੂੰ ਆਪ ਨੂੰ ਤੇ ਕੁਝ ਨਹੀਂ ਆਉਂਦਾ। ਕੰਮ ਹੀ ਉਹ ਦੱਸ ਦਿਓ ਜਿਹੜਾ ਅਗਲਾ ਕਰ ਹੀ ਨਾ ਸਕੇ। ਤੇ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਇਸ ਤਰ੍ਹਾਂ ਦੁਨੀਆ ਵਿੱਚ ਪ੍ਰਚਾਰਿਆ ਗਿਆ। ਪਰ ਮਹਾਰਾਜ ਕਹਿਣ ਲੱਗੇ ਮੈਂ ਨਾ ਗਨੇਸੈ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ। ਹਿੰਦੂ ਮਤ ਦੇ ਵਿੱਚ ਨਾ ਸਾਰਿਆਂ ਤੋਂ ਪਹਿਲਾਂ ਗਣੇਸ਼ ਦੀ ਪੂਜਾ ਹੁੰਦੀ ਹੈ। ਜਦੋਂ ਦੇਵਤਿਆਂ ਦੀ ਪੂਜਾ ਸ਼ੁਰੂ ਹੁੰਦੀ ਹੈ ਨਾ, ਵੱਖ ਵੱਖ ਦੇਵਤਿਆਂ ਦਾ ਪੂਜਨ ਹੁੰਦਾ, ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਦੇ, ਬਾਕੀਆਂ ਦੀ ਬਾਅਦ ਵਿੱਚ। ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਬੜਾ ਵੱਡਾ ਜਲੂਸ ਕੱਢਿਆ ਜਾਂਦਾ, ਗਣੇਸ਼ ਦੀ ਮੂਰਤੀ ਲੈ ਕੇ ਬਾਜ਼ਾਰਾਂ ਵਿੱਚ ਹੋ ਕੇ ਉਹਨੂੰ ਜਲ ਪ੍ਰਵਾਹ ਕੀਤਾ ਜਾਂਦਾ। ਨਾਲ ਇਹ ਪੜ੍ਹਿਆ ਜਾਂਦਾ, ਕਿਹਾ ਜਾਂਦਾ ਵੀ ਸਾਡੇ ਪਾਣੀ ਦੇ ਵਿੱਚ ਜਿੰਨੇ ਵਿਘਨ ਵਕਾਰ ਨੇ ਸਾਰੇ ਹੀ ਰੁੜ ਗਏ, ਨਾਲ ਹੀ ਲੈ ਗਿਆ ਇਹ ਪੈਗੰਬਰ, ਇਹ ਦੇਵਤਾ। ਅਸੀਂ ਹੁਣ ਉਹਨਾਂ ਪਾਪਾਂ ਤੋਂ ਮੁਕਤ ਹੋ ਗਏ। ਇਹਦੇ ਪਿੱਛੇ ਵੀ ਬੜਾ ਵੱਡਾ ਇਤਿਹਾਸ ਹੈ। ਗਣੇਸ਼ ਦੇ ਮਾਂ-ਬਾਪ ਨੇ ਵਰ ਦਿੱਤਾ ਹੈ, ਸੀਸ ਦਿੱਤੀ ਹੈ ਵੀ ਸਭ ਤੋਂ ਪਹਿਲਾਂ ਪੂਜਾ ਤੇਰੀ ਹੋਇਆ ਕਰੇਗੀ, ਤੇਰੇ ਤੋਂ ਬਾਅਦ ਵਿੱਚ ਸਾਰੇ ਦੇਵਤੇ ਪੂਜੇ ਜਾਣਗੇ। ਤੇ ਹਿੰਦੂ ਧਰਮ ਦੇ ਲੋਕ ਜਦੋਂ ਕੋਈ ਕੰਮ ਕਰਦੇ ਨੇ, ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਤੇ ਦੂਜਿਆਂ ਦੀ ਬਾਅਦ ਵਿੱਚ ਹੁੰਦੀ। ਤੇ ਹਿੰਦੂ ਕਵੀ ਜਦੋਂ ਕਵਿਤਾ ਲਿਖਦੇ ਨੇ ਨਾ, ਕੋਈ ਕਵਿਤਾ ਲਿਖਦੇ, ਕੋਈ ਇਤਿਹਾਸ ਲਿਖਦੇ,
ਤੇ ਸਭ ਤੋਂ ਪਹਿਲਾਂ ਉੱਥੇ ਕੁਝ ਸ਼ਬਦ ਜਿਹੜੇ ਨੇ, ਕੁਝ ਦੋਹਰੇ ਜਿਹੜੇ ਨੇ, ਕੁਝ ਪੰਕਤੀਆਂ ਜਿਹੜੀਆਂ ਨੇ ਉਸ ਪੈਗੰਬਰ ਨੂੰ ਮੁੱਖ ਰੱਖ ਕੇ ਲਿਖੀਆਂ ਜਾਂਦੀਆਂ। ਆਪਾਂ ਕਹਿ ਲਈਏ ਵੀ ਵਰ ਲੈਣ ਵਾਸਤੇ, ਵੀ ਮੈਨੂੰ ਵਰ ਦਿਓ ਵੀ ਮੈਂ ਅੱਗੇ ਕਵਿਤਾ ਲਿਖ ਲਵਾਂ। ਦੇਵਤੇ ਨੂੰ ਖੁਸ਼ ਕਰਨ ਵਾਸਤੇ ਕੁਝ ਸ਼ਬਦ ਲਿਖੇ ਜਾਂਦੇ ਨੇ। ਤੇ ਸਾਰਿਆਂ ਤੋਂ ਪਹਿਲਾਂ ਦੇਵਤਾ ਫਿਰ ਗਣੇਸ਼ ਹੀ ਹੈ। ਉਹਦੀ ਉਸਤਤ ਵਿੱਚ ਦੋਹਰੇ ਚੌਪੀਆਂ ਲਿਖ ਕੇ ਤੇ ਫਿਰ ਅੱਗੇ ਵਿਦਵਾਨ ਆਪਣੀ ਕਵਿਤਾ ਲਿਖਦੇ। ਜਾਂ ਇੱਕ ਸੁਰਸਤੀ ਨਾਮ ਦੀ ਦੇਵੀ ਹੈ, ਉਹਨੂੰ ਵਿਦਿਆ ਦੀ ਦੇਵੀ ਮੰਨਿਆ ਜਾਂਦਾ, ਪਹਿਲੇ ਉਹਦੇ ਸ਼ਬਦ ਲਿਖ ਕੇ ਫਿਰ ਅੱਗੇ ਕੋਈ ਗੱਲ ਲਿਖੀ ਜਾਂਦੀ ਹੈ। ਪਰ 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੈਂ ਨਾ ਪ੍ਰਥਮੈ ਗਣੇਸ਼ਨ ਮਨਾਉ। ਪ੍ਰਥਮੈ ਤੋਂ ਭਾਵ ਪਹਿਲਾਂ ਅਸੀਂ ਦੂਜਿਆਂ ਵਾਲਾ ਕੰਮ ਨਹੀਂ ਕਰਾਂਗੇ, ਨਹੀਂ ਮਨਾਵਾਂਗੇ ਗਣੇਸ਼ ਨੂੰ। ਸਾਡੇ ਵਿੱਚ ਇਹ ਗੱਲ ਨਹੀਂ ਹੈ। ਅਸੀਂ ਇਤਿਹਾਸ 'ਤੇ ਲਿਖਾਂਗੇ, ਗ੍ਰੰਥ 'ਤੇ ਲਿਖਾਂਗੇ, ਕਵਿਤਾ 'ਤੇ ਲਿਖਾਂਗੇ, ਪਰ ਜਿਵੇਂ ਦੂਜੇ ਲੋਕ ਦੇਵਤੇ ਦੀ ਪਹਿਲਾਂ ਪੂਜਾ ਕਰਦੇ ਅਸੀਂ ਨਹੀਂ ਕਰਾਂਗੇ। ਮੈਂ ਨਾ ਗਣੇਸ਼ਹ ਪ੍ਰਥਮ ਮਨਾਉ ਕਿਸਨ ਬਿਸਨ ਕਬਹੂ ਨਹਿ ਤਿਆਉ। ਗੁਰਮੁਖੋ ਨਿੰਦਿਆ ਨਹੀਂ ਹੈ ਕਿਸੇ ਦੀ, ਵੀ ਆਪਾਂ ਨਿੰਦਿਆ ਕਿਸੇ ਨੂੰ ਮਾੜਾ ਕਹਿੰਦੇ, ਆਪੋ ਆਪਣੀ ਜਗ੍ਹਾ 'ਤੇ ਸਾਰੇ ਠੀਕ। ਪਰ ਗੁਰੂ ਇਹ ਗੱਲ ਕਹਿ ਰਹੇ ਨੇ, ਨਹੀਂ ਅਕਾਲ ਪੁਰਖ ਤੇਰੇ ਤੋਂ ਬਿਨਾਂ ਨਹੀਂ, ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ। ਆਏ ਨੇ ਸਮੇਂ ਮੁਤਾਬਕ ਚੰਗੇ ਕੰਮ ਕੀਤੇ, ਦੁਨੀਆ 'ਤੇ ਨਾਮ ਬਣਿਆ, ਚਲੇ ਗਏ, ਪਰ ਉਹਨਾਂ ਨੂੰ ਭੇਜਣ ਵਾਲਾ ਤੂੰ ਹੀ ਹੈ। ਤੇ ਜਿਹੜਾ ਭੇਜਣ ਵਾਲਾ ਸੀ ਤੇ ਉਹਨੂੰ ਮੰਨਾਂਗੇ। ਤੇ ਬਚਨ ਇਹ ਹੈ ਤੈਥੋਂ ਹੀ ਬਾਲ ਕ੍ਰਿਸ਼ਨ ਲੈ। ਹੁਣ ਭਗਵਾਨ ਕ੍ਰਿਸ਼ਨ ਜੀ ਆਏ, ਅਸੀਂ ਮਾੜਾ ਨਹੀਂ ਕਹਿੰਦੇ, ਅਵਤਾਰ ਨੇ, ਪੈਗੰਬਰ ਨੇ, ਪਰ ਪਰਮਾਤਮਾ ਉਹਨਾਂ ਨੇ ਬਲ ਤੇਰੇ ਕੋਲੋਂ ਲਿਆ। ਤੇਰੇ ਕੋਲੋਂ ਬਲ ਲੈ ਕੇ ਕੰਸ ਕੇਸੀ ਪਕੜ ਗਰਾਇਆ। ਕੰਸ ਨੂੰ ਫੜ ਕੇ ਵਾਲਾਂ ਤੋਂ ਤੇ ਪਟਕਾ ਪਟਕਾ ਕੇ ਚੁੱਕ ਚੁੱਕ ਕੇ ਧਰਤੀ 'ਤੇ ਸੁੱਟਿਆ। ਕਿਉਂਕਿ ਕੰਸ ਨੇ ਸ਼ਰਤ ਰੱਖੀ ਹੈ ਕਿ ਮੇਰੇ ਕੋਲ ਬੜੇ ਵੱਡੇ ਪਹਿਲਵਾਨ ਨੇ, ਚੰਡੂਰ ਵਰਗੇ, ਉਹਨਾਂ ਪਹਿਲਵਾਨਾਂ ਨੂੰ ਕੁਸ਼ਤੀ ਵਿੱਚ ਕੌਣ ਹਰਾਵੇ। ਤੇ ਪਹਿਲਵਾਨਾਂ ਨੂੰ ਸਿਖਾਇਆ ਸੀ ਵੀ ਜਦੋਂ ਕ੍ਰਿਸ਼ਨ ਆਵੇ ਕੁਸ਼ਤੀ ਦੇ ਅਖਾੜੇ ਵਿੱਚ ਤੁਸੀਂ ਕੁਸ਼ਤੀ ਦੇ ਬਹਾਨੇ ਉਸ ਨੂੰ ਮਾਰ ਦੇਣਾ। ਹੁਣ ਪਹਿਲਵਾਨਾਂ ਨੇ ਜ਼ੋਰ ਤੇ ਬੜਾ ਲਾਇਆ, ਪਰ ਸਮੇਂ ਦਾ ਪੈਗੰਬਰ ਹੈ, ਅਵਤਾਰ ਹੈ। ਪਹਿਲਵਾਨ ਢਾਹ ਤੇ ਨਹੀਂ ਸਕੇ, ਸਗੋਂ ਆਪ ਢਾਏ ਗਏ, ਆਪ ਹਾਰ ਗਏ। ਜਦੋਂ ਆਪਣੇ ਪਹਿਲਵਾਨ ਹਾਰਦੇ ਵੇਖੇ, ਫਿਰ ਆਪ ਆ ਗਿਆ ਕੁਸ਼ਤੀ ਲੜਨ ਵਾਸਤੇ ਕੰਸ, ਵੀ ਮੇਰੇ ਨਾਲ ਲੜੋ। ਤੇ ਫਿਰ ਕੁਸ਼ਤੀ ਲੜਦਿਆਂ ਲੜਦਿਆਂ ਮਾਰ ਮਾਰ ਕੇ ਮੁਕੀਆਂ, ਘਸੁੰਨ ਮਾਰ ਮਾਰ ਕੇ, ਤੇ ਉਸੇ ਅਖਾੜੇ ਦੇ ਵਿੱਚ, ਕੁਸ਼ਤੀ ਦੇ ਅਖਾੜੇ ਵਿੱਚ ਹੀ ਕੰਸ ਨੂੰ ਮਾਰਿਆ। ਕਿਸੇ ਸ਼ਸਤਰ ਨਾਲ ਨਹੀਂ, ਕਿਸੇ ਤਲਵਾਰ ਨਾਲ ਨਹੀਂ, ਕਿਸੇ ਤੀਰ ਨਾਲ ਨਹੀਂ, ਮੁਕੀਆਂ ਮਾਰ ਮਾਰ ਕੇ ਕੰਸ ਵਰਗੇ ਵੱਡੇ ਮਹਾਂਬਲੀ ਰਾਜੇ ਨੂੰ ਮਾਰਿਆ। ਪਰ ਉਹ ਬਲ ਵੀ ਤੇ ਪਰਮਾਤਮਾ ਤੂੰ ਹੀ ਦਿੱਤਾ ਹੈ ਨਾ। ਤੇਰੇ ਬਲ ਬਿਨਾ ਇੱਕ ਬਾਲਕ ਐਡੇ ਵੱਡੇ ਰਾਜੇ ਨਾਲ, ਜਿਹੜਾ ਪਹਿਲਵਾਨਾਂ ਤੋਂ ਵੀ ਤਗੜਾ, ਉਹਨੂੰ ਕਿਵੇਂ ਮਾਰ ਸਕਦਾ। ਕੰਸ ਕੇਸੀ ਪਕੜ ਗਰਾਇਆ, ਕੇਸਾਂ ਤੋਂ ਫੜ ਕੇ ਥੱਲੇ ਸੁੱਟਿਆ। ਤੇ ਗੁਰਮੁਖੋ ਕੇਸੀ ਨਾਮ ਦਾ ਇੱਕ ਦੈਂਤ ਵੀ ਹੋਇਆ ਭਗਵਾਨ ਕ੍ਰਿਸ਼ਨ ਦੇ ਸਮੇਂ, ਉਹਨੂੰ ਵੀ ਮਾਰਿਆ ਸੀ। ਆਪਾਂ ਦੋਨਾਂ ਦਾ ਨਾਂ ਹੀ ਵਰਤ ਸਕਦੇ ਹਾਂ ਵੀ ਦੋਨੇ ਭਗਵਾਨ ਜੀ ਨੇ ਮਾਰੇ ਨੇ, ਪਰ ਮਾਰੇ ਨੇ ਅਕਾਲ ਪੁਰਖ ਤੇਰੇ ਕੋਲੋਂ ਬਖਸ਼ਿਸ਼ ਲੈ ਕੇ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ। ਵੱਡੇ ਵੱਡੇ ਮੁਨੀ, ਦੇਵਤੇ, ਪੈਗੰਬਰ, ਰਿਸ਼ੀ, ਪਤਾ ਨਹੀਂ ਕਿੰਨੇ ਕਿੰਨੇ ਯੁੱਗ ਆਪਣੇ ਤਨ ਨੂੰ ਤਪਾਉਂਦੇ ਰਹੇ, ਭਗਤੀ ਕਰਦੇ ਰਹੇ, ਤਪ ਕਰਦੇ ਰਹੇ। ਵੱਡੇ ਵੱਡੇ ਮੁਨ ਦੇਵਤੇ, ਵੱਡੇ ਵੱਡੇ ਮੁਨੀ ਤੇ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ। ਕਈ ਯੁੱਗ, ਕਈ ਸਾਲ, ਕਈ ਮਹੀਨੇ ਲੱਗੇ ਰਹੇ ਆਪਣੇ ਤਨ ਨੂੰ ਤਪਾ ਤਪਾ ਕੇ। ਪਰਮਾਤਮਾ ਕਿਨਹੀ ਤੇਰਾ ਅੰਤ ਨਾ ਪਾਇਆ, ਪਰ ਇਹਦੇ ਵਿੱਚੋਂ ਵੀ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਕਿਸੇ ਰਿਖੀ ਨੇ, ਤਪਸਵੀ ਨੇ, ਦੇਵਤੇ ਨੇ, ਪੈਗੰਬਰ ਨੇ, ਔਲੀਏ ਨੇ, ਨਹੀਂ ਤੇਰਾ ਅੰਤ ਨਹੀਂ ਪਾਇਆ। ਤੂੰ ਬੇਅੰਤ ਹੈ, ਤਾਂ ਆਖਿਆ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਇੱਥੇ ਮਹਾਰਾਜ ਕਹਿਣ ਲੱਗੇ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆਂ ਜੀਓ। ਐ ਸਿਰਜਣਹਾਰ ਤੂੰ ਏਡਾ ਵੱਡਾ ਹੈ। ਜਿਹੜੇ ਦੇਵਤੇ ਨੇ ਨਾ, ਬਰਮਾ ਵਰਗੇ, ਸ਼ਿਵ ਜੀ ਵਰਗੇ, ਵਿਸ਼ਨੂੰ ਵਰਗੇ,
ਈਸਾ ਵਰਗੇ, ਮੁਹੰਮਦ ਵਰਗੇ, ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ। ਤੂੰ ਬਣਾਏ ਨੇ ਤਾਂ ਇਹ ਦੁਨੀਆ ਤੇ ਆਏ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਥੇ ਮਹਾਰਾਜ ਨੇ ਸ਼ਬਦ ਲਿਖਿਆ ਵਿਆਈ, ਆਪਾਂ ਆਮ ਹੀ ਪੜ੍ਹ ਦਿੰਦੇ ਹਾਂ ਵਿਆਹੀ, ਅੱਖਰ ਨਹੀਂ ਵੇਖਦੇ ਵੀ ਕੀ ਲਿਖੇ ਨੇ। ਜਪਜੀ ਸਾਹਿਬ ਦਾ ਪਾਠ ਤੇ ਆਪਾਂ ਰੋਜ਼ ਕਰਦੇ ਹਾਂ, ਪਰ ਉੱਥੇ ਅਸੀਂ ਬਚਨੇ ਪੜ੍ਹ ਜਾਂਦੇ ਹਾਂ ਏਕਾ ਮਾਈ ਜੁਗਤ ਵਿਆਈ। ਵਿਆਹੀ ਨਹੀਂ, ਵਿਆਹੀ ਲਿਖਿਆ ਮਹਾਰਾਜ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਇੱਕ ਮਾਈ ਹੈ ਨਾ ਮਾਇਆ, ਇਹ ਵਿਆਹੀ ਜਦੋਂ ਕਹੀਏ ਪ੍ਰਸੂਤ ਹੋਈ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਇਸ ਮਾਇਆ ਤੋਂ ਅੱਗੇ ਤਿੰਨ ਚੇਲੇ ਬਣੇ ਨੇ। ਪ੍ਰਮਾਤਮਾ ਨੇ ਮਾਇਆ ਬਣਾਈ ਹੈ, ਮਾਇਆ ਤੋਂ ਅੱਗੇ ਤਿੰਨ ਚੇਲੇ ਹੋ ਗਏ। ਤਿੰਨ ਚੇਲੇ ਕਿਹੜੇ ਨੇ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾ। ਇੱਕ ਸੰਸਾਰੀ ਹੈ, ਸੰਸਾਰ ਪੈਦਾ ਕਰਨ ਵਾਲਾ। ਦੁਨੀਆ ਨੇ ਉਹਨੂੰ ਨਾਮ ਦੇ ਦਿੱਤਾ, ਉਹ ਬ੍ਰਹਮਾ ਹੈ ਜਿਹੜਾ ਦੁਨੀਆ ਬਣਾਉਂਦਾ ਪਿਆ, ਪੈਦਾ ਕਰਦਾ ਪਿਆ। ਤੇ ਦੂਜਾ ਮਹਾਰਾਜ ਲਿਖਦੇ ਪਏ ਇੱਕ ਸੰਸਾਰੀ, ਇੱਕ ਭੰਡਾਰੀ। ਭੰਡਾਰੀ ਤੋਂ ਭਾਵ ਜਿਹੜਾ ਖਜ਼ਾਨਾ ਮੰਤਰੀ ਹੈ, ਭੰਡਾਰੇ ਦਾ ਮਾਲਕ ਹੈ, ਜਿਹੜਾ ਸਾਰਿਆਂ ਨੂੰ ਕਰਮ ਦਿੰਦਾ ਪਿਆ, ਰੋਜੀ ਰੋਟੀ ਦਿੰਦਾ ਪਿਆ, ਸਾਰਿਆਂ ਦੇ ਪੇਟ ਭਰਦਾ ਪਿਆ। ਦੁਨੀਆ ਆਖਦੀ ਉਹ ਵਿਸ਼ਨੂੰ ਭਗਵਾਨ ਹੈ, ਸਾਰਿਆਂ ਨੂੰ ਭੰਡਾਰਾ ਦੇਣ ਵਾਲਾ। ਇੱਕ ਲਾਏ ਦੀ ਬਾਣ, ਤੇ ਤੀਸਰਾ ਹੈ ਜਿਹਦੀ ਬਾਣ ਕਹੀਏ ਆਦਤ ਹੈ। ਕੀ ਆਦਤ ਹੈ? ਜੀਵ ਨੂੰ ਮਾਰ ਕੇ ਲੈ ਕੇ ਜਾਣਾ। ਉਹਦੀ ਆਦਤ ਬਣੀ ਹੈ ਜੀਵ ਨੂੰ ਹੀ ਮਾਰਨਾ। ਉਹ ਕੌਣ ਹੈ? ਉਹ ਮਾਰਨ ਵਾਲਾ ਹੈ ਸ਼ਿਵ। ਤੁਸੀਂ ਜਾਂਦੇ ਹੋ ਨਾ ਸ਼ਮਸ਼ਾਨ ਘਾਟ ਦੇ ਵਿੱਚ, ਉੱਥੇ ਸ਼ਿਵ ਜੀ ਦੀਆਂ ਫੋਟੋਆਂ, ਮੂਰਤੀਆਂ ਲੱਗੀਆਂ ਹੋਈਆਂ। ਉਹਦਾ ਕਾਰਨ ਇਹ ਹੈ, ਸਾਡੇ ਸਮਾਜ ਦੇ ਲੋਕ ਇਹ ਗੱਲ ਮੰਨਦੇ ਨੇ ਵੀ ਮੌਤ ਦਾ ਸਭ ਤੋਂ ਵੱਡਾ ਦੇਵਤਾ ਜਿਹੜਾ ਦੁਨੀਆ ਨੂੰ ਮਾਰ ਕੇ ਲੈ ਕੇ ਜਾਂਦਾ ਉਹ ਸ਼ਿਵ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ। ਵਡਾਨ ਤੋਂ ਭਾਵ ਗੁਰਮੁਖੋ ਹੈਰਾਨ ਕਰਨ ਵਾਲਾ ਕੰਮ ਇਹ ਹੈ, ਉਹ ਵੇਖੈ। ਬਣਾਉਣ ਵਾਲਾ ਤੇ ਵੇਖਦਾ ਪਿਆ ਵੀ ਮੈਂ ਦੁਨੀਆ ਬਣਾਈ ਹੈ, ਬਣਾਉਣ ਵਾਲਾ ਵੇਖਦਾ ਪਿਆ ਮੈਂ ਦੇਵਤੇ ਬਣਾਏ ਨੇ। ਉਹ ਵੇਖੈ ਪਰ ਉਹਨਾਂ ਨਜ਼ਰ ਨਾ ਆਵੇ, ਜਿਹੜੇ ਬਣਾਏ ਗਏ ਨੇ ਨਾ ਉਹਨਾਂ ਨੂੰ ਉਹ ਨਹੀਂ ਦੀਦਾ ਜਿਹਨੇ ਬਣਾਇਆ। ਹੁਣ ਆਪਾਂ ਨੂੰ ਬਣਾਇਆ ਤੇ ਪ੍ਰਮਾਤਮਾ ਨੇ, ਪ੍ਰਮਾਤਮਾ ਤੇ ਆਪਾਂ ਨੂੰ ਵੇਖਦਾ ਵੀ ਮੈਂ ਕੀ ਕਰਦਾ, ਸਦ ਸੁਣਦਾ, ਸਦ ਵੇਖਦਾ। ਬਾਣੀ ਦਾ ਬਚਨ ਹੈ ਨਾ, ਮੇਰੇ ਮੂੰਹੋਂ ਕੀ ਗੱਲ ਨਿਕਲਦੀ ਪਈ ਆ, ਰੱਬ ਸੁਣਦਾ ਪਿਆ। ਮੇਰੀਆਂ ਅੱਖਾਂ ਕੀ ਵੇਖਦੀਆਂ ਪਈਆਂ, ਰੱਬ ਨੂੰ ਪਤਾ, ਪ੍ਰਮਾਤਮਾ ਨੂੰ ਪਤਾ। ਪਰ ਕੀ ਸਾਨੂੰ ਪਤਾ ਵੀ ਉਹ ਪ੍ਰਮਾਤਮਾ ਕਿੱਥੇ ਹੈ? ਅਸੀਂ ਗ੍ਰੰਥਾਂ ਵਿੱਚੋਂ ਪੜ੍ਹਿਆ ਵੀ ਉਹ ਕਣ ਕਣ ਵਿੱਚ ਵਸਿਆ ਹੈ, ਉਹ ਸਾਰਿਆਂ ਥਾਵਾਂ ਤੇ ਹੈ। ਸੁਣਿਆ ਹੀ ਹੈ ਨਾ, ਪਰ ਸਾਨੂੰ ਇਹ ਤਾਂ ਨਹੀਂ ਨਾ ਪਤਾ ਵੀ ਵਾਕਿਆ ਹੀ ਉਹ ਹੈ, ਅਸੀਂ ਵੇਖਿਆ ਤੇ ਨਹੀਂ ਨਾ। ਮਹਾਰਾਜ ਕਹਿਣ ਲੱਗੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਦੁਨੀਆ ਬਣਾਉਣ ਵਾਲਾ ਤੇ ਦੁਨੀਆ ਨੂੰ ਵੇਖਦਾ ਪਿਆ, ਪਰ ਦੁਨੀਆ ਜਿਹੜੀ ਉਹ ਪ੍ਰਮਾਤਮਾ ਨੂੰ ਨਹੀਂ ਵੇਖ ਸਕੀ ਹੈ। ਕੋਈ ਵਿਰਲਾ ਹੀ ਹੈ, ਭਗਤ ਧਰੂ ਵਰਗਾ, ਭਗਤ ਪ੍ਰਹਿਲਾਦ ਵਰਗਾ ਜਿਹਨੇ ਵੇਖ ਲਿਆ, ਨਹੀਂ ਤੇ ਸਾਰਿਆਂ ਦੇ ਕੋਲੋਂ ਕੋਈ ਨਹੀਂ ਵੇਖਿਆ ਗਿਆ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ। ਇਹ ਹੈ ਪ੍ਰਮਾਤਮਾ ਦਾ ਹੈਰਾਨ ਕਰਨ ਵਾਲਾ ਕੰਮ। ਅਸੀਂ ਕਾਲੇ ਸੀਸੇ ਦੇ ਵਿੱਚ ਬੈਠੇ ਹਾਂ ਨਾ, ਕਾਲੇ ਸੀਸੇ ਵਿੱਚ ਬਹਿਣ ਵਾਲਾ ਵਿਅਕਤੀ ਬਾਹਰਲੇ ਸਾਰਿਆਂ ਨੂੰ ਵੇਖ ਸਕਦਾ ਵੀ ਬਾਹਰ ਕੀ ਹੋ ਰਿਹਾ, ਪਰ ਬਾਹਰਲਾ ਵਿਅਕਤੀ ਸੀਸੇ ਦੇ ਅੰਦਰ ਜਿਹੜਾ ਬੈਠਾ ਹੈ ਉਹ ਨਹੀਂ ਦਿਖਾਈ ਦਿੰਦਾ, ਪਰ ਹੈ ਅੰਦਰ ਬੈਠ ਕੇ ਵੇਖਣ ਵਾਲਾ। ਇਸੇ ਤਰ੍ਹਾਂ ਉਹ ਪ੍ਰਮਾਤਮਾ ਦੇ ਅੱਗੇ ਗੁਰਮੁਖੋ ਮਾਇਆ ਰੂਪੀ ਸੀਸਾ ਲੱਗਾ ਹੋਇਆ, ਉਹ ਤੇ ਅੰਦਰ ਬੈਠਾ ਵੀ ਸਾਰਿਆਂ ਨੂੰ ਵੇਖਦਾ ਪਿਆ, ਪਰ ਇਹ ਜੀਵ ਉਸ ਪ੍ਰਮਾਤਮਾ ਨੂੰ ਵੇਖ ਨਹੀਂ ਪਾਉਂਦੇ। ਬਹੁਤਾ ਇਹੋ ਵਡਾਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਪਾਂ ਤੇ ਜਗ੍ਹਾ ਜਗ੍ਹਾ ਤੇ ਮੱਥਾ ਟੇਕਦੇ ਨਾ, ਜੰਡ ਆ ਗਿਆ, ਕਿੱਕਰ ਆ ਗਿਆ, ਮੱਝ ਆ ਗਈ, ਗਾਂ ਆ ਗਈ, ਸੱਪ ਆ ਗਿਆ, ਗੁੱਗਾ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਮਸਕਾਰ ਤੇ ਅਸੀਂ ਵੀ ਕਰਦੇ ਹਾਂ, ਪਰ ਕਿਹਨੂੰ ਕਰਦੇ ਹਾਂ? ਆਦੇਸ ਤਿਸੈ ਆਦੇਸ। ਆਦੇਸ ਤੋਂ ਭਾਵ ਹੁੰਦਾ ਨਮਸਕਾਰ।
ਨਮਸਕਾਰ। ਸਾਡੀ ਨਮਸਕਾਰ ਉਹਨੂੰ ਹੈ ਆਦ ਅਨੀਲ ਅਨਾਦ ਅਨਾਹਤ, ਜਿਹੜਾ ਦੁਨੀਆ ਦਾ ਮੁੱਢ ਹੈ, ਜਿਹਦਾ ਅੰਤ ਕੋਈ ਨਹੀਂ ਹੈ, ਜਿਹੜਾ ਬੇਅੰਤ ਹੈ, ਜਿਹੜਾ ਸਾਰਿਆਂ ਤੋਂ ਵੱਡਾ। ਜੁਗ ਜੁਗ ਏਕੋ ਵੇਸ, ਜੁਗ ਤੇ ਕਈ ਹੋਏ। ਕੋਈ ਆਖਦਾ ਸਤਜੁਗ ਆ ਗਿਆ, ਤ੍ਰੇਤਾ ਆ ਗਿਆ, ਦੁਆਪਰ ਆ ਗਿਆ, ਕਲਯੁਗ ਆ ਗਿਆ। ਇਹਨਾਂ ਯੁੱਗਾਂ ਦੀਆਂ ਪਤਾ ਨਹੀਂ ਕਿੰਨੀਆਂ ਕੋਈ ਚੌਕੜੀਆਂ ਆਈਆਂ ਤੇ ਗਈਆਂ, ਪਰ ਸਾਰਿਆਂ ਯੁੱਗਾਂ ਵਿੱਚ ਜੀਵ ਤੇ ਬਦਲੇ ਨੇ, ਪਰ ਜੀਵਾਂ ਨੂੰ ਬਣਾਉਣ ਵਾਲਾ ਨਹੀਂ ਬਦਲਿਆ। ਜੁਗ ਜੁਗ ਏਕੋ ਵੇਸ, ਯੁੱਗਾਂ ਯੁੱਗਾਂ ਤੋਂ ਉਹੀ ਹੈ ਜਿਹੜਾ ਬੈਠਾ ਯੁੱਗਾਂ ਤੇ ਯੁੱਗਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਬਣਾਉਂਦਾ। ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਜਿਹੜਾ ਸਦਾ ਵਾਸਤੇ ਇੱਕੋ ਹੈ, ਜਿਹੜਾ ਸਦਾ ਵਾਸਤੇ ਰਹਿਣ ਵਾਲਾ। ਅਸੀਂ ਥਾਵਾਂ ਥਾਵਾਂ 'ਤੇ ਆਦੇਸ਼ ਨਹੀਂ ਕਰਦੇ, ਥਾਵਾਂ ਥਾਵਾਂ 'ਤੇ ਨਮਸਕਾਰ ਨਹੀਂ ਕਰਦੇ, ਹਰੇਕ ਨੂੰ ਸਿਰ ਨਹੀਂ ਝੁਕਾਉਂਦੇ। ਸਾਡਾ ਸਿਰ ਤੇ ਉਹਦੇ ਅੱਗੇ ਝੁਕਦਾ ਜਿਹੜਾ ਦੁਨੀਆ ਨੂੰ ਬਣਾਉਣ ਵਾਲਾ, ਜਿਹਦਾ ਆਦ ਅੰਤ ਕੋਈ ਨਹੀਂ ਹੈ। ਐਸੇ ਨੂੰ ਨਮਸਕਾਰ ਕਰਦੇ। ਤੇ ਫਿਰ ਜਿਹਨੂੰ ਨਮਸਕਾਰ ਸਾਡੇ ਗੁਰੂ ਨੇ ਕੀਤੀ ਹੈ, ਤੇ ਫਿਰ ਸਾਨੂੰ ਵੀ ਤੇ ਗੁਰੂ ਮਗਰ ਲੱਗ ਕੇ ਉਹਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ ਨਾ, ਜਿਹੜਾ ਸਦਾ ਰਹਿਣ ਵਾਲਾ। ਤੇ ਗੁਰਮੁਖੋ ਫਿਰ ਕਿਉਂ ਚਾਰ ਐਵੇਂ ਇੱਟਾਂ ਨੂੰ ਬਣੀ ਹੋਈ ਮੜੀ ਨੂੰ ਜਾ ਕੇ ਸਿਰ ਝੁਕਾਉਂਦੇ ਆ? ਕਿਉਂ ਜਾ ਕੇ ਐਵੇਂ ਮੰਨਦੇ ਪਏ ਆ ਧਾਗਿਆਂ ਨੂੰ, ਰੱਖਾਂ ਨੂੰ, ਤਵੀਤਾਂ ਨੂੰ, ਜੰਡਾਂ ਨੂੰ, ਪਿਪਲਾਂ ਤੋਂ ਕਿਉਂ ਡਰਦੇ ਪਏ? ਉਹਨੂੰ ਮੰਨ ਜਿਹਨੇ ਦੁਨੀਆ ਬਣਾਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆਂ ਜੀਓ, ਤੂੰ ਵੱਡੇ ਦੇਵਤਿਆਂ ਨੂੰ ਵੀ ਸਿਰਜਣ ਵਾਲਾ ਬਣਾਉਣ ਵਾਲਾ ਹੈ। ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆਂ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੋ ਰਾਹ ਨੇ, ਇੱਕ ਰਾਹ ਹੈ ਹਿੰਦੂ, ਇੱਕ ਰਾਹ ਹੈ ਮੁਸਲਮਾਨ। ਰਾਹ ਦੋ ਨੇ ਪਰ ਸਾਹਿਬ ਏਕ, ਬਣਾਉਣ ਵਾਲਾ ਇੱਕੋ ਹੀ ਹੈ। ਹਿੰਦੂ ਵੀ ਉਹਨੇ ਬਣਾਇਆ, ਮੁਸਲਮਾਨ ਵੀ ਉਹਨੇ ਬਣਾਇਆ। ਹਿੰਦੂ ਧਰਮ ਵੀ ਉਹਨੇ ਬਣਾਇਆ, ਮੁਸਲਮਾਨ ਵੀ ਉਹਨੇ ਬਣਾਇਆ। ਏਕ ਸਾਹਿਬ ਦੋਹੇ ਰਾਹ, ਦੋ ਰਾਹ ਤੂੰ ਚਲਾਏ ਨੇ ਪ੍ਰਮਾਤਮਾ। ਉਹਦੇ ਵਿੱਚੋਂ ਇੱਕ ਹਿੰਦੂ ਹੈ ਤੇ ਇੱਕ ਮੁਸਲਮਾਨ ਹੈ, ਪਰ ਸਾਹਿਬ ਦੋਹਾਂ ਦਾ ਤੂੰ ਹੀ ਹੈ। ਹਿੰਦੂ ਵੀ ਤੂੰ ਬਣਾ ਦਿੱਤਾ, ਮੁਸਲਮਾਨ ਵੀ ਤੂੰ ਬਣਾ ਦਿੱਤਾ। ਬ੍ਰਾਹਮਣ ਨੇ ਆਖਿਆ ਨਾ ਕਬੀਰ ਸਾਹਿਬ ਜੀਆਂ ਨੂੰ ਆ ਕੇ ਵੀ ਤੂੰ ਤੇ ਸ਼ੂਦਰ ਹੈ, ਨੀਵੀਂ ਜਾਤ ਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਗੁਰਬਾਣੀ ਦੇ ਬਚਨ ਕਹਿਣ ਲੱਗੇ ਵੀ ਜਿਵੇਂ ਦੁਨੀਆ ਤੇ ਮੇਰਾ ਜਨਮ ਹੋਇਆ ਉਵੇਂ ਹੀ ਤੇਰਾ ਜਨਮ ਹੋਇਆ, ਜਿਵੇਂ ਦੁਨੀਆ ਤੇ ਮੈਂ ਆਇਆ ਉਵੇਂ ਦੁਨੀਆ ਤੇ ਤੂੰ ਆਇਆ, ਜਿਵੇਂ ਮੈਂ ਖਾ ਪੀ ਕੇ ਪਲਿਆ ਉਵੇਂ ਖਾ ਪੀ ਕੇ ਤੂੰ ਪਲਿਆ। ਮੇਰੀਆਂ ਨਸਾਂ ਦੇ ਵਿੱਚ ਵੀ ਖੂਨ ਹੈ, ਤੇਰੀਆਂ ਨਸਾਂ ਵਿੱਚ ਵੀ ਖੂਨ ਹੈ। ਸਰੀਰ ਦੀ ਬਣਤਰ ਇੱਕੋ ਜਿਹੀ ਹੈ, ਜਨਮ ਲੈਣ ਦਾ ਸਮਾਂ ਵੀ ਇੱਕੋ ਜਿਹਾ ਹੈ, ਜਨਮ ਲੈਣ ਦੀ ਵਿਧੀ ਵੀ ਪ੍ਰਕਿਰਿਆ ਵੀ ਇੱਕੋ ਜਿਹੀ ਹੈ। ਤੇ ਸਰੀਰ ਦੇ ਵਿੱਚ ਅੰਗ ਵੀ ਇੱਕ ਦੂਜੇ ਨਾਲ ਜੁੜਦੇ ਨੇ, ਮਿਲਦੇ ਨੇ। ਤੇ ਨਸਾਂ ਦੇ ਵਿੱਚ ਸਾਰਿਆਂ ਦੇ ਖੂਨ ਹੈ, ਕਿਸੇ ਦੇ ਇਹ ਤੇ ਨਹੀਂ ਕਹਿ ਸਕਦਾ ਵੀ ਮੇਰੀਆਂ ਨਾੜਾਂ ਦੇ ਵਿੱਚ ਦੁੱਧ ਤੁਰਿਆ ਫਿਰਦਾ ਹੈ, ਸਾਰਿਆਂ ਦੇ ਖੂਨ। ਫਿਰ ਤੂੰ ਵੱਖਰਾ ਕਿਵੇਂ ਹੈ ਤੇ ਮੈਂ ਵੱਖਰਾ ਕਿਵੇਂ ਹਾਂ? ਇਹ ਖਰੇ ਬਚਨ ਉਹਨਾਂ ਦੇ ਸਮੇਂ ਦੇ ਜਿਹੜੇ ਪੈਗੰਬਰ ਹੋਏ। ਮਹਾਰਾਜ ਕਹਿਣ ਲੱਗੇ, ਏਕ ਸਾਹਿਬ ਦੋਏ ਰਾਹ, ਦੋ ਰਾਹ ਹਿੰਦੂ ਤੇ ਮੁਸਲਮਾਨ ਇਹ ਤੂੰ ਬਣਾਏ, ਪਰ ਦੋਨਾਂ ਦਾ ਸਾਹਿਬ ਤੂੰ ਹੀ ਹੈ, ਮਾਲਕ ਤੂੰ ਹੀ ਹੈ। ਤੇ ਬਾਪ ਜਿਹੜਾ ਹੁੰਦਾ ਨਾ, ਪੁੱਤਰ ਦੋ ਹੋਣ ਗੁਰਮੁਖੋ, ਇੱਕ ਪੁੱਤਰ ਤਗੜਾ ਹੋ ਜਾਵੇ ਤੇ ਇੱਕ ਮਾੜਾ ਰਹਿ ਜਾਵੇ, ਤੇ ਤਗੜਾ ਜੇ ਮਾੜੇ ਨੂੰ ਦਬਾਵੇ ਤੇ ਬਾਪ ਫਿਰ ਮਾੜੇ ਦੀ ਮਦਦ ਕਰਦਾ ਵੀ ਇਹ ਮਾੜਾ ਥੱਲੇ ਨਾ ਕਿਤੇ ਆ ਜਾ। ਹਿੰਦੁਸਤਾਨ ਦੇ ਤਖਤ ਤੇ ਬੈਠਾ ਔਰੰਗਜ਼ੇਬ ਬਾਦਸ਼ਾਹ ਤਾਕਤਵਰ ਪੁੱਤਰ ਬਣ ਗਿਆ ਨਾ, ਤਾਕਤਵਰ ਧਰਮ ਬਣ ਗਿਆ। ਤੇ ਮਾੜਾ ਧਰਮ ਹਿੰਦੂ ਨੂੰ ਦਬਾਉਣਾ ਚਾਹੁੰਦਾ ਹੈ। ਕਹਿਣ ਲੱਗਾ ਵੀ ਹਿੰਦੂ ਨਹੀਂ ਕੋਈ ਰਹਿਣ ਦੇਣਾ, ਨਾ ਕੋਈ ਮੰਦਰ, ਨਾ ਕੋਈ ਦਿਵਾਲਾ, ਨਾ ਕੋਈ ਸ਼ਿਵਾਲਾ, ਨਾ ਕੋਈ ਆਰਤੀ, ਨਾ ਕੋਈ ਹਵਨ, ਨਾ ਕੋਈ ਪੂਜਾ, ਨਾ ਮੈਂ ਜਨੇਊ ਤੇ ਨਾ ਬੋਧੀ ਰਹਿਣ ਦੇਵਾਂ। ਜਦੋਂ ਨਾਸ਼ ਕਰਨਾ ਚਾਹੁੰਦਾ ਤੇ ਦੁਨੀਆ ਦੇ ਮਾਲਕ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਪਹੁੰਚ ਗਏ ਔਰੰਗੇ ਦੇ ਸਾਹਮਣੇ। ਕਹਿਣ ਲੱਗੇ, ਔਰੰਗਿਆ ਧਰਮ ਖਤਮ ਨਹੀਂ ਕਰ ਪਾਵੇਂਗਾ। ਤੇ ਇਤਿਹਾਸ ਆਪਾਂ ਪੜ੍ਹਿਆ ਨਾ, ਸਾਰਿਆਂ ਨੇ ਸੁਣਿਆ। ਤੇ ਫਿਰ ਮਾੜੇ ਪੱਖ ਦੀ ਮਦਦ ਕੀਤੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਆਖਿਆ ਜਾ ਮਿਰਚਾਂ ਲੈ ਕੇ ਆ, ਜੇ ਤੇਰੇ ਮਨ ਵਿੱਚ ਸ਼ੱਕ ਹੈ ਨਾ ਕੋਈ ਵੀ ਮੈਂ ਮਿਟਾ ਦਿਆਂਗਾ, ਮੈਂ ਕੀ ਕਰ ਦਿਆਂਗਾ।
ਤੇ ਤੈਨੂੰ ਵਿਖਾ ਦਈਏ, ਤੂੰ ਇੱਕ ਨਹੀਂ ਕਰ ਸਕਦਾ। ਗੁਰਮੁਖੋ ਮਿਰਚਾਂ ਸਾੜੀਆਂ, ਸਾਖੀ ਬੜੀ ਲੰਮੀ ਹੈ, ਸਮਾਂ ਆਪਣੇ ਕੋਲ ਇੰਨਾ ਨਹੀਂ। ਤੇ ਉਹਦੇ ਵਿੱਚੋਂ 3 ਮਿਰਚਾਂ ਸਾਬਤੀਆਂ ਨਿਕਲ ਆਈਆਂ। ਔਰੰਗੇ ਦੇ ਸਾਹਮਣੇ ਕਰਕੇ ਆਖਿਆ, ਕਹਿਣ ਲੱਗੇ ਵੇਖ ਤੂੰ ਦੋਵਾਂ ਧਰਮਾਂ ਤੋਂ ਇੱਕ ਕਰਨ ਦੀ ਸੋਚਦਾ ਪਿਆ, ਪ੍ਰਮਾਤਮਾ ਦੋਵਾਂ ਤੋਂ 3 ਕਰਨ ਬਾਰੇ ਵਿਚਾਰਦਾ ਪਿਆ। ਔਰੰਗਿਆ ਤੂੰ ਆਪਣੀ ਇਸ ਨੀਤੀ ਵਿੱਚ ਕਾਮਯਾਬ ਨਹੀਂ ਹੋਣਾ। ਤੇ ਪੱਖ ਕੀਤਾ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਹਿੰਦੂ ਧਰਮ ਦੀ ਰੱਖਿਆ ਕਰ ਲਈ, ਤੇ ਜਿਹੜਾ ਜ਼ੋਰਾਵਰ ਸੀ ਨਾ ਤਕੜਾ ਮੁਸਲਮਾਨ, ਉਹਨੂੰ ਦਬਾ ਦਿੱਤਾ। ਦੋਨਾਂ ਦੀ ਹਿਫਾਜ਼ਤ ਕੀਤੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣਦੇ ਨੇ ਹਿੰਦੂ ਨੂੰ ਬਣਾਉਣ ਵਾਲਾ ਵੀ ਅਕਾਲ ਪੁਰਖ ਹੈ, ਮੁਸਲਮਾਨ ਨੂੰ ਬਣਾਉਣ ਵਾਲਾ ਵੀ ਅਕਾਲ ਪੁਰਖ ਹੈ। ਜੇ ਇੱਕ ਬਾਪ ਦੇ 2 ਪੁੱਤਰ ਹੋਏ, ਇੱਕ ਤਗੜਾ ਹੋਇਆ ਤੇ ਇੱਕ ਮਾੜਾ ਹੋਇਆ, ਤਗੜਾ ਮਾੜੇ ਨੂੰ ਦਬਾਏਗਾ। ਇਹ ਆਪਾਂ ਦੁਨੀਆ ਵਿੱਚ ਵੇਖਦੇ ਹਾਂ, ਬਾਪ ਦੀ ਜਿਹੜੀ ਸਪੋਰਟ ਹੈ ਨਾ, ਮਦਦ ਉਹ ਮਾੜੇ ਵੱਲ ਹੁੰਦੀ ਹੈ, ਵੀ ਇਹ ਵਿਚਾਰਾ ਗਰੀਬ ਥੱਲੇ ਆਉਂਦਾ ਪਿਆ, ਮੈਂ ਇਹਦੀ ਮਦਦ ਕਰਾਂ, ਉਹਨੂੰ ਵੀ ਉਹ ਬਰਾਬਰ ਚੁੱਕ ਦਿੰਦਾ ਹੈ। ਅਕਾਲ ਪੁਰਖ ਵੀ ਭਾਈ ਸਾਰਿਆਂ ਦਾ ਬਾਪ ਹੀ ਹੈ ਨਾ, ਤੇ ਉਸ ਅਕਾਲ ਪੁਰਖ ਦੇ ਰੂਪ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ। ਧੈਂਦੇ ਨੂੰ ਵੇਖ ਕੇ ਮਹਾਰਾਜ ਨੇ ਚੜ੍ਹਦੀ ਕਲਾ ਵਾਲੇ ਪਾਸੇ ਮੋਢਾ ਲਾ ਕੇ ਤਾਰ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਏਕ ਸਾਹਿਬ ਦੋਏ ਰਾਹ, 2 ਰਾਹ ਨੇ, ਸਾਹਿਬ ਦੋਨਾਂ ਦਾ ਤੂੰ ਇੱਕੋ ਹੀ ਹੈ, ਮਾਲਕ ਤੂੰ ਇਕੱਲਾ ਹੀ ਹੈ, ਬਣਾਇਆ ਤੂੰ ਦੋਨਾਂ ਨੂੰ ਹੈ। ਵਾਦ ਵਧੰਦਿਆਂ ਜਿਓ। ਗੁਰਮੁਖੋ ਗੱਲ ਇਹ ਆ ਵੀ ਇਹ ਜੀਵਾਂ ਨੇ ਆਪਸ ਵਿੱਚ ਵਾਦ ਵਧਾ ਲਿਆ, ਵਾਦ ਨਾਮ ਝਗੜੇ ਦਾ। ਇਹ ਜੀਵਾਂ ਨੇ ਆਪ ਝਗੜਾ ਐਵੇਂ ਹੀ ਪਾ ਲਿਆ, ਝਗੜਾ ਹੈ ਕੋਈ ਨਹੀਂ ਹੈ। ਤੇ ਧਰਮ ਦੇ ਵਿੱਚ ਝਗੜਾ 2 ਬੰਦਿਆਂ ਨੇ ਪਾਇਆ। ਇੱਕ ਤੇ ਜਿਹੜੇ ਰਾਜਨੀਤਿਕ ਲੋਕ ਨੇ, ਲੀਡਰ ਕਹਿ ਲਈਏ, ਰਾਜੇ ਕਹਿ ਲਈਏ, ਮੰਤਰੀ ਕਹਿ ਲਈਏ, ਇੱਕ ਤੇ ਧਰਮ ਦੇ ਵਿੱਚ ਇਹ ਨੇ ਝਗੜਾ ਪਾਉਂਦੇ। ਇੱਕ ਧਰਮ ਦੀ ਨਰਾਦਰੀ ਕਰਵਾ ਦਿੱਤੀ, ਦੂਜੇ ਦੇ ਨਾਲ ਲੜਾ ਦਿੱਤਾ। ਉਹਨਾਂ ਮੰਤਰੀਆਂ ਲੀਡਰਾਂ ਦਾ ਧਰਮ ਕੋਈ ਨਹੀਂ ਹੁੰਦਾ, ਸਿਰਫ ਕੁਰਸੀ ਨਾਲ ਮਤਲਬ ਹੈ। ਹੁਣ ਇਲੈਕਸ਼ਨ ਦੇ ਦਿਨ ਚੱਲਦੇ ਪਏ ਨਾ, ਥਾਵਾਂ ਥਾਵਾਂ ਤੇ ਨਰਾਦਰ ਕਰਨ ਬਾਰੇ, ਵੀ ਕਿਸੇ ਤਰ੍ਹਾਂ ਲੋਕੀ ਪਟਣ ਆਪਸ ਵਿੱਚ, ਤੇ ਗੁੱਸੇ ਨਾਲ ਸਾਡੇ ਵਾਲੇ ਪਾਸੇ ਆ ਜਾਣ। ਕੱਲਾ ਇਹ ਨਹੀਂ ਵੀ ਗੁਰਦੁਆਰੇ ਦੇ ਵਿੱਚ ਹੀ ਹੋ ਰਿਹਾ, ਮੰਦਰਾਂ ਦੇ ਵਿੱਚ ਵੀ ਹੋ ਰਿਹਾ, ਮਸੀਤਾਂ ਵਿੱਚ ਵੀ ਕਰਨ ਦਾ ਯਤਨ ਹੋਵੇਗਾ। ਕਿਤੇ ਕੋਈ ਦੇਵ ਮੂਰਤੀ ਪਈ ਹੈ, ਕੋਈ ਸ਼ਿਵਲਿੰਗ ਪਿਆ ਹੈ, ਉੱਥੇ ਜਾ ਕੇ ਵੀ ਕੋਈ ਇਹੋ ਜਿਹੀ ਘਟਨਾ ਕਰਾਉਣੀ ਵੀ ਲੋਕ ਲੜ ਪੈਣ। ਧਰਮ ਦੇ ਵਿੱਚ ਝਗੜਾ ਪਾਉਣ ਵਾਲਾ ਸਭ ਤੋਂ ਵੱਡਾ ਕੰਮ ਲੀਡਰ ਹੈ, ਰਾਜਨੀਤਿਕ ਲੋਕ ਨੇ ਜਿਹੜੇ ਧਰਮ ਨੂੰ ਵੰਡਦੇ ਪਏ। ਤੇ ਦੂਜਾ ਧਰਮ ਦੇ ਵਿੱਚ ਵੰਡੀ ਪਾਉਂਦਾ ਹੈ ਜਿਹੜਾ ਧਾਰਮਿਕ ਆਗੂ ਹੈ। ਧਾਰਮਿਕ ਆਗੂ ਵੀ ਧਰਮ ਦੇ ਵਿੱਚ ਵੰਡੀ ਪਾਉਂਦਾ। ਧਾਰਮਿਕ ਆਗੂ ਕੌਣ ਹੈ? ਉਹ ਪੰਡਤ ਹੋ ਸਕਦਾ, ਉਹ ਬ੍ਰਾਹਮਣ ਹੋ ਸਕਦਾ ਹੈ, ਉਹ ਕਾਜੀ ਵੀ ਹੋ ਸਕਦਾ ਹੈ, ਉਹ ਮੁਲਾਣਾ ਵੀ ਹੋ ਸਕਦਾ ਹੈ, ਉਹ ਪਾਦਰੀ ਵੀ ਹੋ ਸਕਦਾ ਹੈ, ਉਹ ਫਾਦਰ ਵੀ ਹੋ ਸਕਦਾ ਹੈ, ਉਹ ਗਿਆਨੀ ਵੀ ਹੋ ਸਕਦਾ ਹੈ। ਧਰਮ ਦੇ ਵਿੱਚ 2 ਤਰ੍ਹਾਂ ਦੇ ਵਿਅਕਤੀ ਆਪਸ ਵਿੱਚ ਲੜਾਉਣ ਦਾ ਯਤਨ ਕਰਦੇ। ਇੱਕ ਤੇ ਰਾਜਨੀਤਿਕ ਜਿਹੜੇ ਲੀਡਰ ਨੇ, ਇੱਕ ਜਿਹੜੇ ਧਰਮ ਦੇ ਪੈਰੋਕਾਰ ਨੇ। ਆਪਾਂ ਸਾਧ ਕਹਿ ਦਈਏ, ਸੰਤ ਕਹਿ ਦਈਏ, ਬਾਬੇ ਕਹਿ ਦਈਏ, ਪੰਡਤ ਜਾਂ ਕਾਜੀ ਕਹਿ ਦਈਏ, ਪਰ ਗੁਰਮੁਖੋ ਇੱਥੇ ਬਚਨ ਧਿਆਨ ਵਿੱਚ ਰੱਖਣਾ ਹੈ, ਪੂਰਨ ਸੰਤਾਂ ਦੀ ਗੱਲ ਨਹੀਂ ਹੈ ਜਾਂ ਪੂਰਨ ਸਾਧੂਆਂ ਦੀ ਗੱਲ ਨਹੀਂ ਕਰਦੇ ਪਏ, ਜਿਹੜੇ ਕੇਵਲ ਲਿਬਾਸ ਦੇ ਹੀ ਬਣੇ ਹੋਏ ਨੇ ਵੀ ਅਸੀਂ ਸੰਤ ਹਾਂ। ਇੱਕ ਪਾਸੇ ਦੁਨੀਆ ਨੂੰ ਭੜਕਾ ਕੇ ਦੂਜੇ ਪਾਸੇ ਲੜਾ ਦਿੱਤਾ। ਮਹਾਰਾਜ ਕਹਿਣ ਲੱਗੇ, ਅਕਾਲ ਪੁਰਖ ਦੁਨੀਆ ਤੇ ਤੂੰ ਬਣਾਈ ਹੈ, ਦੁਨੀਆ ਦਾ ਮਾਲਕ ਤੇ ਤੂੰ ਹੀ ਹੈ, ਪਰ ਵਾਦ ਵਧੰਦਿਆਂ ਜੀਓ, ਇਹਨਾਂ ਦੁਨੀਆ ਨੇ ਆਪਸ ਵਿੱਚ ਝਗੜਾ ਐਵੇਂ ਹੀ ਵਧਾ ਲਿਆ ਇੱਕ ਦੂਜੇ ਦੇ ਨਾਲ। ਕਿਸੇ ਦੇ ਮਗਰ ਲੱਗ ਕੇ ਹਿੰਦੂ ਮੁਸਲਮਾਨ ਲੜਦਾ ਪਿਆ, ਮੁਸਲਮਾਨ ਨਾਲ ਸਿੱਖ ਲੜਦਾ ਪਿਆ, ਕੋਈ ਈਸਾਈ ਲੜਦਾ ਪਿਆ। ਇਹ ਦੁਨੀਆ ਦੇ ਮਗਰ ਲੱਗ ਕੇ ਦੁਨੀਆ ਦੇ ਲੋਕਾਂ ਨੇ ਆਪਸ ਵਿੱਚ ਐਵੇਂ ਝਗੜਾ ਵਧਾਇਆ ਹੋਇਆ ਹੈ। ਦੋਏ ਰਾਹ ਚਲਾਏ ਹੁਕਮ ਸਬਾਏ। ਸਤਿਗੁਰੂ ਬਖਸ਼ਿਸ਼ ਕਰਦੇ, ਤੇਰੇ ਹੁਕਮ ਦੇ ਵਿੱਚ ਇਹ 2 ਰਾਹ ਚੱਲਦੇ ਪਏ। 2 ਰਾਹ ਕਿਹੜੇ ਨੇ? ਇੱਕ ਹੈ ਦੇਵਤਾ, ਇੱਕ ਹੈ ਦੈਂਤ। ਇੱਕ ਹੈ ਸੱਚ, ਇੱਕ ਹੈ ਝੂਠ। ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ। ਇੱਕ ਹੈ ਹਿੰਦੂ, ਇੱਕ ਹੈ ਮੁਸਲਮਾਨ। ਇੱਕ ਦੇ ਨਾਲ ਦੂਜਾ ਖਲੋਤਾ ਹੀ ਹੋਇਆ। ਦਿਨ ਦੇ ਨਾਲ ਰਾਤ ਖਲੋਤੀ ਹੈ, ਸੱਚ ਦੇ ਨਾਲ ਝੂਠ ਖਲੋਤਾ, ਦੇਵਤੇ ਨਾਲ ਦੈਂਤ ਖਲੋਤਾ ਹੈ, ਹਿੰਦੂ ਨਾਲ ਮੁਸਲਮਾਨ ਖਲੋਤਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ 2 ਰਾਹ ਜਿਹੜੇ ਨੇ ਨਾ ਆਪਸ ਵਿੱਚ ਲੜਦੇ ਹੀ ਪਏ। ਤੇ ਗ੍ਰੰਥ ਪੜ੍ਹ ਕੇ ਵੇਖ ਲਓ, ਸ਼ੁਰੂ ਤੋਂ ਦੇਵਤੇ ਤੇ ਦੈਂਤ ਲੜਦੇ ਆਏ ਬਿਨਾਂ ਕਿਸੇ ਗੱਲ ਤੋਂ। ਤੇ ਸ਼ੁਰੂ ਤੋਂ ਹਿੰਦੂ ਤੇ ਮੁਸਲਮਾਨ ਲੜਦੇ ਆਏ। ਸ਼ੁਰੂ ਤੋਂ ਸੱਚ ਅਤੇ ਝੂਠ ਲੜਦਾ ਆਇਆ ਹੈ।
महाराज कहन लगे अकाल पुरख साहिब एक साहिब दोए राह चलाए हुक्म सुभाए। ਤੁਸੀਂ ਆਪਣੇ ਹੁਕਮ ਦੇ ਵਿੱਚ ਇਹ ਦੋ ਰਾਹ ਚਲਾਏ ਹੋਏ ਹਨ। ਜਨਮ ਮੁਆ ਸੰਸਾਰਾ, ਸਾਰਾ ਸੰਸਾਰ ਜੰਮਦਾ ਪਿਆ ਤੇ ਮਰਦਾ ਪਿਆ ਇਸੇ ਝਗੜੇ ਵਿੱਚ ਹੀ। ਮੈਂ ਮੁਸਲਮਾਨ ਹਾਂ, ਮੈਂ ਹਿੰਦੂ ਹਾਂ, ਮੈਂ ਦੇਵਤਾ ਹਾਂ, ਮੈਂ ਦੈਂਤ ਹਾਂ, ਮੈਂ ਗੁਰਮੁਖ ਹਾਂ, ਮੈਂ ਮਨਮੁਖ ਹਾਂ। ਬਸ ਇਸੇ ਝਗੜੇ ਵਿੱਚ ਜੰਮ ਕੇ ਦੁਨੀਆ ਆਉਂਦੀ ਹੈ, ਮਰ ਕੇ ਦੁਨੀਆ ਤੁਰੀ ਜਾਂਦੀ ਹੈ। ਨਾਮ ਬਿਨਾ ਨਾਹੀ ਕੋ ਬੇਲੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਤੋਂ ਬਿਨਾ ਤੇਰਾ ਕੋਈ ਬੇਲੀ ਨਹੀਂ ਹੋ। ਜਿੰਨੇ ਮਰਜ਼ੀ ਮਿੱਤਰ ਬਣਾ ਲਾ, ਸਾਥੀ ਬਣਾ ਲਾ, ਸਾਰਾ ਮਹੱਲਾ ਮੈਨੂੰ ਜਾਣਦਾ ਹੈ, ਸਾਰੀ ਗਲੀ ਮੈਨੂੰ ਜਾਣਦੀ ਹੈ, ਇਹ ਸਾਰਾ ਸ਼ਹਿਰ ਮੈਨੂੰ ਜਾਣਦਾ, ਪਿੰਡ ਮੈਨੂੰ ਜਾਣਦਾ, ਇਲਾਕਾ ਮੈਨੂੰ ਜਾਣਦਾ ਹੈ, ਦੇਸ਼ ਵੀ ਮੈਨੂੰ ਸਾਰਾ ਜਾਣਦਾ ਹੈ, ਪਰ ਨਾਮ ਤੋਂ ਬਿਨਾ ਤੇਰੀ ਮਦਦ ਕਿਸੇ ਨੇ ਨਹੀਂ ਉਹ ਕਰਨੀ। ਛੂਟਤ ਨਾਹੀ ਕੋਟ ਲੱਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਬੜਾ ਸੌਖਾ ਜਿਹਾ ਬਚਨ ਹੈ ਨਾ। ਸਾਰੇ ਜਾਣੇ ਮਿਲ ਕੇ ਆਖੀਏ ਛੂਟਤ ਨਾਹੀ ਕੋਟ ਲੱਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਲੱਖਾਂ ਬਾਹਾਂ ਦੀ ਮਦਦ ਕਿਉਂ ਨਾ ਆ ਜਾਵੇ ਸਾਡੇ ਕੋਲ, ਪਰ ਲੱਖਾਂ ਬਾਹਾਂ ਦੀ ਤਾਕਤ ਵੀ ਸਾਨੂੰ ਜਮਾ ਕੋਲੋਂ ਨਹੀਂ ਜੇ ਛਡਾ ਸਕਦੀ। ਸਤਿਗੁਰੂ ਕਹਿਣ ਲੱਗੇ ਨਾਮ ਬਿਨਾ ਨਾਹੀ ਕੋ ਬੇਲੀ, ਨਾਮ ਤੋਂ ਬਿਨਾ ਤੇਰਾ ਸਾਥੀ ਕੋਈ ਨਹੀਂ ਹੈ। ਭਾਵੇਂ ਤੇਰੇ ਕੋਲ ਕਿੰਨੀ ਫੌਜ ਹੋਵੇ, ਕਿੰਨੇ ਰਾਜੇ ਤੇਰੇ ਪੱਖ ਵਿੱਚ ਹੋਣ, ਕਿੰਨੀ ਤਾਕਤ ਕਿਉਂ ਨਾ ਹੋ ਜਾਵੇ ਤੇਰੇ ਕੋਲ, ਨਾਮ ਤੋਂ ਬਿਨਾ ਤੇਰੀ ਮਦਦ ਕਿਸੇ ਨੇ ਨਹੀਂ ਕਰਨੀ ਹੈ। ਬਿਖ ਲਾਦੀ ਸਿਰ ਭਾਰਾ, ਜੀਵਾਂ ਨੇ ਬਿਖ ਲਾਦੀ, ਬਿਖ ਤੋਂ ਭਾਵ ਵਿਸ਼ੇ ਵਿਕਾਰਾਂ ਨੂੰ ਲੱਦਿਆ ਹੋਇਆ ਆਪਣੇ ਉੱਪਰ, ਤੇ ਇਸ ਕਰਕੇ ਪਾਪਾਂ ਕਰਕੇ ਸਿਰ ਭਾਰੀ ਹੋ ਰਹੇ ਨੇ। ਕਿਉਂਕਿ ਪਾਪਾਂ ਦਾ ਬੋਝ ਸਿਰ ਤੇ ਚੁੱਕੀ ਬੈਠਾ ਹੈ। ਇੱਕ ਪਾਪ ਕਰਦਾ, ਦੂਜਾ ਕਰਦਾ, ਤੀਜਾ ਕਰਦਾ, ਜਿਵੇਂ ਜਿਵੇਂ ਪਾਪ ਵੱਧਦੇ ਉਵੇਂ ਭਾਰ ਵੱਧਦਾ ਪਿਆ। ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਕੇ ਪਾਪਾਂ ਦੀ ਪੰਡ ਵੱਡੀ ਸਿਰ ਤੇ ਚੁੱਕੀ ਹੋਈ ਹੈ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ। ਹੁਕਮੀ ਪਰਮਾਤਮਾ ਤੇਰੇ ਹੁਕਮ ਦੇ ਵਿੱਚ ਇਹ ਜੀਵ ਦੁਨੀਆ ਤੇ ਆਇਆ। ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਹੀਂ ਨਾ ਹੋਇਆ ਉਨਾ ਚਿਰ ਦੁਨੀਆ ਤੇ ਬੱਚਾ ਨਹੀਂ ਪੈਦਾ ਹੋ ਸਕਦਾ, ਦੁਨੀਆ ਤੇ ਜੀਵ ਆ ਨਹੀਂ ਸਕਦਾ। ਇਕੱਲੇ ਮਨੁੱਖਾਂ ਦੀ ਗੱਲ ਨਹੀਂ ਹੈ, ਭਾਵੇਂ ਕੋਈ ਪਸ਼ੂ ਹੈ ਤੇ ਭਾਵੇਂ ਪੰਛੀ ਹੈ, ਪਰਮਾਤਮਾ ਦੇ ਹੁਕਮ ਤੋਂ ਬਿਨਾਂ ਜਨਮ ਨਹੀਂ ਮਿਲਦਾ। ਅੱਜ ਸਾਇੰਸ ਕਿੰਨੀ ਤਰੱਕੀ ਕਰ ਗਈ ਹੈ, ਕਿੱਡੇ ਵੱਡੇ ਹਸਪੀਟਲ ਬਣ ਗਏ ਨੇ। ਜਿੰਨਾ ਚਿਰ ਪਰਮਾਤਮਾ ਦੀ ਰਜ਼ਾ ਨਹੀਂ ਨਾ, ਸਭ ਕੁਝ ਫੇਲ ਹੈ, ਕੁਝ ਨਹੀਂ ਹੋਵੇਗਾ ਉਹਨਾਂ ਚਿਰ। ਉਹਦੇ ਹੁਕਮ ਦੇ ਵਿੱਚ ਹੀ ਜੀਵ ਜੰਮਦਾ ਹੈ। ਜੇ ਹੁਕਮ ਹੋਵੇਗਾ ਤਾਂ, ਜੇ ਹੁਕਮ ਨਹੀਂ ਹੈ ਜੋ ਮਰਜ਼ੀ ਤਾਕਤ ਲਾ ਕੇ ਵੇਖ ਲਾ, ਕੁਝ ਨਹੀਂ ਹੋਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਕਮ ਹੀ ਆਇਆ, ਹੁਕਮ ਦੇ ਵਿੱਚ ਆਇਆ। ਹੁਕਮ ਦੇ ਵਿੱਚ ਆ ਕੇ ਵੀ ਜੀਵ ਨੇ ਦੁਨੀਆ ਤੇ ਹੁਕਮ ਨਹੀਂ ਬੁੱਝਿਆ, ਆਇਆ ਹੁਕਮ ਦੇ ਵਿੱਚ ਹੈ। ਹੁਕਮ ਹੋਇਆ ਤੇ ਜਨਮ ਤਾਂ ਹੋਇਆ ਹੈ, ਪਰ ਦੁਨੀਆ ਤੇ ਆ ਕੇ ਉਹਦੇ ਹੁਕਮ ਨੂੰ ਕੋਈ ਬੁੱਝਦਾ ਵੀ ਰੱਬ ਦਾ ਹੁਕਮ ਹੈ, ਮੈਂ ਉਹਦੇ ਹੁਕਮ ਦੇ ਵਿੱਚ ਰਵਾਂ, ਮੈਂ ਭਾਣੇ ਵਿੱਚ ਰਵਾਂ? ਨਹੀਂ, ਦੁਨੀਆ ਮਰਜ਼ੀ ਕਰਦੀ ਹੈ, ਮਰਜ਼ੀ ਕਰਦੀ ਹੈ, ਕਾਮਯਾਬ ਨਹੀਂ ਹੈ। ਪਰ ਜਿਨ੍ਹਾਂ ਨੇ ਹੁਕਮ ਬੁੱਝਿਆ, ਮਹਾਰਾਜ ਕਹਿੰਦੇ ਹੁਕਮ ਸਵਾ